फेसबुक यूट्यूब ਅਤੇ ਹੋਰਨਾਂ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਜੁੜੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਨਿੱਘੀ ਜੀ ਆਇਆਂ ਨੂੰ। ਇਸ ਵੀਡੀਓ ਦੇ ਵਿੱਚ ਦੋਸਤੋ ਗੱਲ ਕਰਨੀ ਹੈ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ। ਜਿਵੇਂ ਕਿ ਅੱਜ ਦੀ ਤਾਜ਼ਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਡੇਰਾ ਪ੍ਰੇਮੀ ਦਾ ਕਤਲ ਜਿਹੜਾ ਹੈ ਉਹ ਕਰ ਦਿੱਤਾ ਗਿਆ। ਦੱਸਿਆ ਜਾਂਦਾ ਕਿ ਇਹ ਪ੍ਰਦੀਪ ਨਾਮ ਦਾ ਜਿਹੜਾ ਡੇਰਾ ਪ੍ਰੇਮੀ ਹੈ ਇਹ ਬੇਅਦਬੀਆਂ ਦੇ ਮਾਮਲਿਆਂ ਦੇ ਨਾਲ ਸੰਬੰਧਿਤ ਸੀ, ਦੋਸ਼ੀ ਸੀਗਾ। ਸੋ ਅੱਜ ਉਸ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਹੰਗਾਮੀ ਮੀਟਿੰਗ ਜਿਹੜੀ ਹੈ ਉਹ ਬੁਲਾਈ ਹੈ ਸੀਨੀਅਰ ਅਫਸਰਾਂ ਨੂੰ ਲੈ ਕੇ, ਜਿਹਦੇ ਵਿੱਚ ਡੀਜੀਪੀ ਪੰਜਾਬ ਵੀ ਸ਼ਾਮਲ ਹੋਣਗੇ। ਦੋਸਤੋ ਅੱਜ ਇਹ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਿਹੜਾ ਕਤਲ ਹੋਇਆ ਸੁਧੀਰ ਸੂਰੀ ਤੇ ਅੱਜ ਇਸ ਜਿਹੜਾ ਬੇਅਦਬੀਆਂ ਦੇ ਦੋਸ਼ੀ ਦਾ ਕਤਲ ਹੋਣਾ, ਉਸ ਤੋਂ ਪਹਿਲਾਂ ਰਾਮਪਾਲ ਬਿੱਟੂ ਦਾ ਕਤਲ ਹੋਇਆ ਸੀ ਜਿਹੜਾ ਉਹ ਵੀ ਬੇਅਦਬੀਆਂ ਦਾ ਦੋਸ਼ੀ ਸੀ, ਪਰ ਉਹਦਾ ਕਤਲ ਜਿਹੜਾ ਉਹ ਜੇਲ੍ਹ ਦੇ ਵਿੱਚ ਹੋਇਆ। ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਕਾਰਨ ਅਤੇ ਕਿਉਂ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ ਤੇ ਕਿਹੜੇ-ਕਿਹੜੇ ਲੋਕ ਜਿਹੜੇ ਬੇਅਦਬੀਆਂ ਕਰਕੇ ਸੋਚਦੇ ਨੇ ਕਿ ਸਾਨੂੰ ਹਾਈ ਪ੍ਰੋਫਾਈਲ ਜਿਹੜੇ ਲੋਕ ਨੇ ਉਹ ਬਚਾ ਲੈਣਗੇ ਜਾਂ ਫਿਰ ਜਿਹੜੀਆਂ ਸਾਡੀਆਂ ਸਿਕਿਉਰਟੀਆਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਉਹ ਬਚਾ ਲੈਣਗੀਆਂ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਸਮੇਂ-ਸਮੇਂ ਦੇ ਉੱਤੇ ਇਹਨਾਂ ਲੋਕਾਂ ਦਾ ਨੰਬਰ ਅਚਨਚੇਤ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦਾ ਵਾਕਾ ਬਣ ਜਾਂਦਾ ਹੈ ਤੇ ਉਹ ਨੰਬਰ ਇਹਨਾਂ ਦਾ ਲੱਗ ਜਾਂਦਾ। ਹਾਲਾਂਕਿ ਅਸੀਂ ਕਿਸੇ ਵੀ ਕਤਲ ਨੂੰ ਜਸਟੀਫਾਈ ਨਹੀਂ ਕਰਦੇ, ਕਿਸੇ ਦਾ ਵੀ ਕਤਲ ਨਹੀਂ ਹੋਣਾ ਚਾਹੀਦਾ, ਪਰ ਜਦੋਂ ਗੱਲ ਸਰਕਾਰਾਂ ਦੇ ਉੱਤੇ ਆ ਕੇ ਡਿੱਗਦੀ ਹੈ, ਸਰਕਾਰਾਂ ਦੇ ਪਾਲੇ ਦੇ ਵਿੱਚ ਡਿੱਗਦੀ ਹੈ ਕਿ ਭਾਈ ਤੁਸੀਂ ਇਨਸਾਫ ਦੇਣਾ ਹੈ ਜਾਂ ਨਹੀਂ ਦੇਣਾ। ਹੁਣ ਜਦੋਂ ਗੱਲ ਬੇਅਦਬੀਆਂ ਦੀ ਕਰਦੇ ਆ ਤਾਂ 7 ਸਾਲ ਹੋ ਗਏ ਨੇ, ਬਹੁਤ ਸਾਰੀਆਂ ਬੇਅਦਬੀਆਂ ਹੋ ਗਈਆਂ, 300 ਤੋਂ ਉੱਪਰ ਵਾਰ ਬੇਅਦਬੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਹੋਈਆਂ। ਦਾਅਵਾ ਕਰਦੇ ਹਾਂ ਅਸੀਂ ਕਿ ਕਿਸੇ ਹੋਰ ਗ੍ਰੰਥ ਦੀਆਂ ਮਲਟੀਪਲ ਬੇਅਦਬੀਆਂ ਲਗਾਤਾਰ ਹੋਈਆਂ ਹੋਣ ਤਾਂ ਸਾਨੂੰ ਦੱਸਿਆ ਜਾਵੇ, ਨਹੀਂ ਹੋਈਆਂ। ਉਹ ਵੀ ਗੁਰੂ ਕੀ ਧਰਤੀ, ਗੁਰੂ ਕੇ ਖਾਲਸੇ ਦੀ ਧਰਤੀ ਪੰਜਾਬ, ਜਿੱਥੋਂ ਖਾਲਸੇ ਦਾ ਜਨਮ ਹੁੰਦਾ ਹੈ, ਉਸੇ ਧਰਤੀ ਦੇ ਉੱਤੇ ਬਾਰ-ਬਾਰ ਬੇਅਦਬੀਆਂ ਹੋਣੀਆਂ। ਫਿਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਿਸੇ ਨੂੰ ਮੈਂਟਲ ਕਹਿ ਕੇ, ਦਿਮਾਗੀ ਤੌਰ ਤੇ ਪਰੇਸ਼ਾਨ ਕਹਿ ਕੇ ਛੱਡ ਦਿੱਤਾ ਜਾਣਾ, ਜਾਂ ਫਿਰ ਉਹਨਾਂ ਨੂੰ ਥੋੜੀ ਦੇਰ ਜੇਲ੍ਹ ਦੇ ਵਿੱਚ ਰੱਖ ਕੇ ਤੇ ਚੁੱਪ-ਚਪੀਤੇ ਛੱਡ ਦਿੱਤਾ ਜਾਣਾ। ਇਹ ਗੱਲਾਂ ਗਵਾਹੀ ਭਰਦੀਆਂ ਕਿ ਅਸੀਂ ਚਾਹੁੰਦੇ ਹਾਂ, ਮਤਲਬ ਕਿ ਸਾਡੀਆਂ ਸਰਕਾਰਾਂ ਚਾਹੁੰਦੀਆਂ ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਵੇ, ਸਿੱਖ ਨੌਜਵਾਨਾਂ ਦੇ ਜੁੰਮੇ ਇਹੋ ਜਿਹੇ ਫਿਰ ਕਤਲ ਜਿਹੜੇ ਉਹ ਲਾਏ ਜਾਣ ਤੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਕੇ ਤੇ ਫਿਰ ਚੁੱਕ ਕੇ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਸੁੱਟਿਆ ਜਾਵੇ। ਦੋਸਤੋ ਸਿੱਧੀ ਪੱਧਰੀ ਜੀ ਗੱਲ ਹੈ, ਇਹਦੇ ਵਿੱਚ ਕੋਈ ਵੀ ਗਣਿਤ, ਕੋਈ ਸਾਇੰਸ ਨਹੀਂ ਹੈ ਕਿ ਇਹ ਗੱਲਾਂ ਕੀ ਹੋ ਰਹੀਆਂ, ਕਿਵੇਂ ਇਹਨੂੰ ਨਜਿੱਠਣਾ ਹੁੰਦਾ ਹੈ। ਜਦੋਂ ਲਾਅ ਐਂਡ ਆਰਡਰ ਜਿਹੜਾ ਹੈ ਪੰਜਾਬ ਦਾ ਜਾਂ ਫਿਰ ਕਹਿ ਲਈਏ ਕਿ ਕਿਸੇ ਸਟੇਟ ਦਾ ਖਰਾਬ ਹੋ ਜਾਏ, ਫਿਰ ਲੋਕ ਆਪਣੇ ਹੱਥ ਦੇ ਵਿੱਚ ਕਮਾਂਡ ਜਿਹੜੀ ਹੈ ਉਹ ਲੈਣ ਨੂੰ ਤਰਜੀਹ ਦਿੰਦੇ ਨੇ। ਤੇ ਸਿੱਖ ਧਰਮ ਦੇ ਵਿੱਚ ਵੀ ਇਹ ਰਹੁ ਰੀਤ ਹੈ, ਗੁਰੂਆਂ ਨੇ ਕਿਹਾ ਹੋਇਆ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਫਿਰ ਸ਼ਸਤਰ ਨੂੰ ਹੱਥ ਪਾਉਣਾ ਜਿਹੜਾ ਹੈ ਉਹ ਲਾਜ਼ਮੀ ਹੋ ਜਾਂਦਾ ਹੈ। ਹਾਲਾਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਦੇਖਿਆ ਜਾਵੇ ਕਾਨੂੰਨ ਵਿਵਸਥਾ ਹੈ, ਕਾਨੂੰਨ ਨੇ ਸਾਰੀਆਂ ਕੌਮਾਂ ਦੇ ਉੱਤੇ, ਸਾਰੇ ਧਰਮਾਂ ਦੇ ਉੱਤੇ, ਸਟੇਟਾਂ ਦੇ ਵਿੱਚ ਕਾਨੂੰਨ ਨੇ, ਪਰ ਜਦੋਂ ਗੱਲ ਆ ਜਾਂਦੀ ਹੈ ਘੱਟ ਗਿਣਤੀਆਂ ਵਾਸਤੇ ਇਹ ਕਾਨੂੰਨ ਜਿਹੜੇ ਨੇ ਉਹ ਚੁੱਪ ਚਪੀਤੇ ਬੈਠ ਜਾਂਦੇ ਆ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਬੇਅਦਬੀਆਂ ਹੁਣ ਤੱਕ ਹੋ ਚੁੱਕੀਆਂ ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਡੇਰਾ ਪ੍ਰੇਮੀ ਜਿਹੜਾ ਡੇਰਾ ਦਾ ਮੁਖੀ ਹੈ ਸਰਸੇ ਵਾਲਾ ਸਾਧ, ਜਿਹੜਾ ਹੁਣ ਅੱਜ ਕੱਲ ਖਾਸ ਪ੍ਰਾਹੁਣਾ ਬਣ ਕੇ ਸਰਕਾਰ ਦਾ ਤੇ ਬਾਹਰ ਜ਼ਮਾਨਤਾਂ ਭੁਗਤ ਰਿਹਾ ਹੈ, ਗਾਣੇ ਰਿਲੀਜ਼ ਕਰ ਰਿਹਾ ਤੇ ਜੋ ਉਹ ਕੁਕਰਮ ਪਹਿਲਾਂ ਕਰਦਾ ਸੀ ਉਹ ਵੀ ਕਰ ਰਿਹਾ। ਐਡਾ ਵੱਡਾ ਅੱਤਵਾਦੀ ਬੰਦਾ ਜਿਹਨੇ 300 ਸਾਧੂ ਨਪੁੰਸਕ ਬਣਾ ਦਿੱਤੇ ਹੋਣ, ਜਿਹਨੇ ਮਲਟੀਪਲ ਕਤਲ ਕੀਤੇ ਹੋਣ, ਬਲਾਤਕਾਰ ਕੀਤੇ ਹੋਣ, ਉਹ 2-3 ਸਾਲਾਂ ਦੇ ਵਿੱਚ ਮਲਟੀਪਲ ਹੀ ਜ਼ਮਾਨਤਾਂ ਲੈ ਕੇ ਬਾਹਰ ਆ ਕੇ ਤੇ ਆਪਣਾ ਉਹੀ ਬਾਬੇ ਵਾਲਾ ਰੂਪ ਬਣਾ ਕੇ ਲੋਕਾਂ ਦੇ ਵਿੱਚ ਬੈਠਾ ਹੋਇਆ। ਇਹ ਸਰਕਾਰਾਂ ਸਿਰਫ ਤੇ ਸਿਰਫ ਘੱਟ ਗਿਣਤੀਆਂ ਦੇ ਉੱਤੇ ਸ਼ਾਇਦ ਅਤਿਆਚਾਰ ਕਰਦੀਆਂ, ਪਰ ਇਹੋ ਜਿਹੇ ਲੋਕ ਜਿਹੜੇ ਸਰਕਾਰੀ ਮਹਿਮਾਨ ਨਵਾਜ਼ੀ ਸ਼ਾਇਦ ਅੰਦਰ ਵੀ ਇਹ ਜਿਹੜੇ ਆ ਲੈਂਦੇ ਹੋਣ, ਨਵਾਜ਼ਦੇ ਹੋਣ ਇਹਨਾਂ ਨੂੰ। ਕਿਉਂਕਿ ਜਦੋਂ ਗੱਲ ਸਰਸੇ ਵਾਲੇ ਸਾਧ ਦੀ ਕਰਦੇ ਆ ਤਾਂ ਪਤਾ ਨਹੀਂ ਸਰਕਾਰਾਂ ਕਿਵੇਂ ਭੁੱਲ ਜਾਂਦੀਆਂ ਕਿ ਸਰਸੇ ਵਾਲੇ ਨੂੰ ਅੰਦਰ ਡੱਕਣ ਲੱਗਿਆ 50 ਤੋਂ ਵੱਧ ਕਤਲ ਜਿਹੜੇ ਆ ਹੋਏ ਸੀ ਜਦੋਂ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ। ਕਿੰਨੀਆਂ ਕਾਰਾਂ ਨੂੰ ਅੱਗ ਲਾਈ ਗਈ, ਕਿੰਨੀਆਂ ਬੱਸਾਂ ਨੂੰ, ਤੇ ਕਿੰਨੇ ਕਤਲ ਜਿਹੜੇ ਉੱਥੇ ਰਾਹਗੀਰਾਂ ਦੇ ਵੀ ਹੋਏ, ਡੇਰਾ ਪ੍ਰੇਮੀਆਂ ਦੇ ਵੀ ਹੋਏ ਤੇ ਕੁਝ ਪੁਲਿਸ ਵਾਲਿਆਂ ਦੇ ਵੀ ਹੋਏ ਸੀ। ਤੇ ਇਹ ਉਹੀ ਸਰਸੇ ਵਾਲਾ ਹੈ ਜਿਹਨੂੰ ਜਦੋਂ ਇਹਨੇ ਬੇਅਦਬੀਆਂ ਕੀਤੀਆਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕਰਕੇ, ਤਾਂ ਉਸ ਵੇਲੇ ਇਸ ਨੂੰ ਸਜ਼ਾ ਜ਼ਾਫਤਾ ਕਰਨ ਦੇ ਲਈ 6 ਸਿੰਘ ਜਿਹੜੇ ਨੇ ਉਹ ਵੀ ਆਪਣੀਆਂ ਜਾਨਾਂ ਵਾਰ ਗਏ। ਸੋ ਇਹ ਉਹ ਸਰਸੇ ਵਾਲਾ ਹੈ ਜਿਹੜਾ ਇੰਨੇ ਜ਼ਿਆਦਾ ਕਤਲਾਂ ਦਾ ਕੱਲਾ ਹੀ ਜ਼ਿੰਮੇਵਾਰ ਹੈ। ਲਗਭਗ 100 ਕਤਲ ਦਾ ਜ਼ਿੰਮੇਵਾਰ ਸਰਸੇ ਵਾਲਾ ਸਾਧ ਹੈ।
ਤੇ ਉਸ ਤੋਂ ਬਾਅਦ ਬਲਾਤਕਾਰ ਤੇ ਜਿਹੜੇ ਦੂਜੇ ਹੋਰ ਕੇਸ ਨੇ ਉਹ ਗੱਲ ਵੱਖਰੀਆਂ ਨੇ। ਉਹ ਛਤਰਪਤੀ ਪੱਤਰਕਾਰ ਜਿਹੜੇ ਸੀ ਉਹਨਾਂ ਦਾ ਵੀ ਕਤਲ ਕੀਤਾ ਗਿਆ। ਖੈਰ, ਇਹੋ ਜਿਹੇ ਲੋਕਾਂ ਨੂੰ ਮਹਿਮਾਨ ਨਵਾਜ਼ੀਆਂ ਜੇਲ੍ਹਾਂ ਦੇ ਵਿੱਚ ਵੀ ਤੇ ਜੇਲ੍ਹਾਂ ਤੋਂ ਬਾਹਰ ਵੀ ਜ਼ਮਾਨਤਾਂ, ਹੁਣ ਉਹ ਦਿਨ ਦੂਰ ਨਹੀਂ ਜਦੋਂ ਸਰਸੇ ਵਾਲੇ ਨੂੰ ਪੱਕੇ ਤੌਰ ਤੇ ਰਿਹਾ ਕਰ ਦਿੱਤਾ ਜਾਵੇਗਾ। ਉਹ ਪਰੋਲ ਜਿਹੜੀ ਮਿਲ ਜਾਏਗੀ, ਉਹਦਾ ਕੋਈ ਵੀ ਕਾਨੂੰਨ ਤੁਹਾਨੂੰ ਪਤਾ ਨਹੀਂ ਲੱਗਣਾ ਭਾਈ ਇਹ ਕਿਹੜੇ ਕਾਨੂੰਨ ਤਹਿਤ ਇਹਨੂੰ ਪੱਕੀ ਪਰੋਲ ਦੇ ਦਿੱਤੀ ਗਈ ਹੈ। ਸੋ ਗੱਲ ਹੁਣ ਕਰਦੇ ਹਾਂ ਬੇਅਦਬੀਆਂ ਦੀ। ਇੱਕ ਪਾਸੇ ਸਰਸੇ ਵਾਲਾ ਸਾਧ ਹੈ ਜਿਹਨੇ ਬੇਅਦਬੀਆਂ ਕਰਵਾਈਆਂ ਨੇ, ਉਹਦੇ ਕੋਲੋਂ ਸਰਸੇ ਵਾਲੇ ਕੋਲੋਂ ਕਿੰਨੇ ਮਤਲਬ ਬੇਅਦਬੀਆਂ ਕਰਵਾਈਆਂ ਇਹ ਗੱਲ ਇਸ ਵੀਡੀਓ 'ਚ ਨਹੀਂ ਕਵਾਂਗੇ, ਇਹ ਤੁਸੀਂ ਸਾਰੇ ਜਾਣਕਾਰ ਹੋ ਇਹਨਾਂ ਗੱਲਾਂ ਦੇ। ਪਰ ਮੁੱਖ ਦੋਸ਼ੀ ਜਿਹੜਾ ਹੈ ਉਹ ਜਾਂਚ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਜਾਂ ਫਿਰ ਦੂਜੇ ਤੀਜਿਆਂ ਨੇ ਕੀਤੀ। ਸੋ ਸਾਰਿਆਂ ਦੇ ਵਿੱਚ ਸਰਸੇ ਵਾਲਾ ਸਾਧ ਜਿਹੜਾ ਹੈ ਉਹ ਬੇਅਦਬੀਆਂ ਦਾ ਦੋਸ਼ੀ ਪਾਇਆ ਗਿਆ ਸੀ। ਅੱਗੋਂ ਉਹਦੇ ਜਿਹੜੇ ਪ੍ਰੇਮੀ ਨੇ ਉਹਦੀਆਂ ਇੰਸਟਰਕਸ਼ਨਸ ਤੇ ਕੰਮ ਕਰਦੇ ਹੋਏ ਬੇਅਦਬੀਆਂ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਦੇ ਸੀ, ਫਿਰ ਉਹਨਾਂ ਨੂੰ ਛੱਪੜਾਂ 'ਚ ਸੁੱਟਿਆ ਜਾਂਦਾ ਸੀ। ਇਹ ਸਾਰਾ ਉੱਥੋਂ ਚੱਲਿਆ। ਤੇ ਇੱਕ ਜਿਹੜਾ ਬੰਬ ਬਲਾਸਟ ਹੁੰਦਾ ਜਿਹੜਾ ਇੱਕ ਪੰਜਾਬ ਦੇ ਵਿੱਚ ਪਿਛਲੀਆਂ ਤੋਂ ਪਿਛਲੀਆਂ ਚੋਣਾਂ ਦੇ ਵੇਲੇ, ਉਹ ਵੀ ਸਰਸੇ ਸਾਧ ਦੇ ਡੇਰੇ ਦੇ ਨਾਲ ਤਾਰ ਜੁੜੇ ਸੀ। ਉਹਦੇ ਵਿੱਚ ਵੀ ਜਿਹੜੇ ਆ ਉਹ ਮੌਤਾਂ ਹੋਈਆਂ ਸੀ। ਸੋ ਇੱਕ ਪਾਸੇ ਉਹ ਬੰਦਾ ਜਿਹਦੇ ਉੱਤੇ ਬਲਾਤਕਾਰ, ਬੇਅਦਬੀਆਂ, ਕਤਲ, ਨਪੁੰਸਕ ਬਣਾਉਣਾ ਤੇ ਹੋਰ ਬੜੀਆਂ ਵਾਰਦਾਤਾਂ ਜਿਹੜੀਆਂ ਕਰਨ ਦੇ ਦੋਸ਼ ਤੇ ਸਜ਼ਾਵਾਂ ਵੀ ਭੁਗਤ ਰਿਹਾ ਹੋਵੇ, ਉਹ ਬੰਦਾ ਬਾਹਰ ਆ ਜਾਂਦਾ। ਦੂਸਰੇ ਪਾਸੇ 300 ਤੋਂ ਜ਼ਿਆਦਾ ਬੇਅਦਬੀਆਂ ਹੋ ਜਾਂਦੀਆਂ ਤੇ ਕੋਈ ਵੀ ਬੰਦਾ ਫੜਿਆ ਨਹੀਂ ਜਾਂਦਾ। ਜੇ ਫੜਿਆ ਜਾਂਦਾ ਤੇ ਉਹਨੂੰ ਅੰਦਰ ਜਿਹੜੀ ਹੈ ਮਹਿਮਾਨ ਨਵਾਜ਼ੀ ਉਹਦੀ ਕੀਤੀ ਜਾਂਦੀ ਹੈ, ਉਹਨੂੰ ਜੀਜਿਆਂ ਵਾਂਗੂ ਰੱਖਿਆ ਜਾਂਦਾ ਹੈ, ਅਖੀਰ ਛੱਡ ਦਿੱਤਾ ਜਾਂਦਾ ਹੈ ਚੁੱਪ ਚਪੀਤੇ, ਪਤਾ ਵੀ ਨਹੀਂ ਲੱਗਦਾ ਕਿਹੜਾ ਅੰਦਰ ਹੈ ਤੇ ਕਿਹੜਾ ਬਾਹਰ ਹੈ। ਸੋ ਫਿਰ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਜਿਹੜੀ ਅੱਜ ਕੋਟਕਪੂਰੇ ਦੇ ਵਿੱਚ ਵਾਪਰੀ ਘਟਨਾ ਹੈ, ਉਸ ਵੇਲੇ ਫਿਰ ਸਰਕਾਰ ਕਹਿੰਦੀ ਹੈ ਕਿ ਸਾਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ, ਹੁਣ ਤਾਂ ਲਾਅ ਐਂਡ ਆਰਡਰ ਖਰਾਬ ਹੋ ਗਿਆ। ਫਿਰ ਤਾਂ ਸਾਰੇ ਹੀ ਬੁੱਧੀਜੀਵੀ ਕੀ ਕਾਮਰੇਡ ਵਿਦਵਾਨ ਕੀ ਦੂਜੇ ਤੀਜੇ ਵਿਦਵਾਨ ਜਿਹੜੇ ਨੇ ਫਿਰ ਤਾਂ ਚੀਕਾਂ ਮਾਰਦੇ ਨੇ ਆ ਕੇ ਸੋਸ਼ਲ ਮੀਡੀਆ ਤੇ ਕਿ ਇਹ ਤਾਂ ਜੀ ਬਹੁਤ ਵੱਡਾ ਕੰਮ ਹੋ ਗਿਆ, ਹੁਣ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਗਏ। ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਤਾਂ ਉਦੋਂ ਇਹਨਾਂ ਨੂੰ ਵੀ ਹਾਲਾਤ ਸੁਖਾਵੇਂ ਲੱਗਦੇ ਨੇ। ਉਹਦਾ ਕਾਰਨ ਹੈ ਕਿਉਂਕਿ ਇਹ ਕਾਮਰੇਡ ਨੇ, ਇਹ ਨਫ਼ਰਤ ਕਰਦੇ ਨੇ, ਇਹ ਸਿੱਖ ਧਰਮ ਦੇ ਨਾਲ ਨਫ਼ਰਤ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਨਫ਼ਰਤ ਕਰਦੇ ਆ। ਸੋ ਇਹਨਾਂ ਨੂੰ ਉਦੋਂ ਇਹ ਨਹੀਂ ਲੱਗਦਾ ਹੈਗਾ ਲਾਅ ਐਂਡ ਆਰਡਰ ਖਰਾਬ ਹੋ ਗਿਆ, ਜਦੋਂ ਬੇਅਦਬੀਆਂ ਕਰ ਕਰਕੇ ਲੋਕ ਜਿਹੜੇ ਨੇ ਉਹ ਬਹੁਤ ਵੱਡੇ ਕਾਰਨਾਮੇ ਕਰਕੇ ਤੇ ਮੁੜ ਕੇ ਸਿੱਖਾਂ ਨੂੰ ਜਦੋਂ ਧਰਨੇ ਲਾਉਣ ਤੇ ਮਜਬੂਰ ਹੋਣਾ ਪੈਂਦਾ। ਇਹ ਕਾਮਰੇਡ ਵਿਦਵਾਨ ਨੇ 4-5 ਜਿਹੜੇ ਨਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਬੋਲਦੇ ਨੇ, ਬਹੁਤ ਜਿਹੜੀ ਹੈ ਬਕਵਾਸ ਕਰਦੇ ਨੇ ਤੇ ਇਹਨਾਂ ਦੇ ਮੂੰਹ ਦੇ ਵਿੱਚੋਂ ਅੱਜ ਤੱਕ ਵੀ ਇਹ ਗੱਲਾਂ ਨਹੀਂ ਨਿਕਲੀਆਂ ਕਿ ਬੇਅਦਬੀਆਂ ਹੋਈਆਂ ਤੇ ਇਹਨਾਂ ਨੂੰ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਦੋਂ ਕੋਈ ਧਰਨੇ ਲਾ ਲੈਂਦਾ ਤੇ ਫਿਰ ਵੀ ਉਹਨਾਂ ਬਾਰੇ ਨਹੀਂ ਬੋਲਦੇ। ਹੁਣ ਸੁਖਰਾਜ ਸਿੰਘ ਨੂੰ ਅੱਜ ਧਰਨੇ ਦੇ ਉੱਤੇ ਬੈਠਿਆ ਹੋਇਆ ਵੀ 1.5-2 ਸਾਲ ਹੋ ਚੱਲੇ ਆ, ਲਗਭਗ ਸਾਲ ਹੋ ਚੱਲਿਆ ਮਿਨੀਮਮ। ਸੋ ਕਿਸੇ ਕਾਮਰੇਡ ਵਿਦਵਾਨ ਦੇ ਮੂੰਹ ਦੇ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲਦਾ, ਚਾਹੇ ਉਹ ਉਗਰਾਹਾਂ ਹੋਵੇ, ਚਾਹੇ ਪਾਲੀ ਭੁਪਿੰਦਰ, ਚਾਹੇ ਦੂਜੇ ਤੀਜੇ ਹੋਣ। ਸੋ ਇਹ ਉਦੋਂ ਨਹੀਂ ਬੋਲਦੇ। ਤੇ ਜਦੋਂ ਬੇਅਦਬੀਆਂ ਦੇ ਵਾਸਤੇ ਧਰਨੇ ਲਾਏ ਜਾਂਦੇ ਨੇ ਤੇ ਉੱਥੇ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ, ਕਾਮਰੇਡ ਲਾਣਾ ਉਦੋਂ ਵੀ ਨਹੀਂ ਬੋਲਦਾ, ਵਿਦਵਾਨ ਉਦੋਂ ਵੀ ਨਹੀਂ ਬੋਲਦੇ। ਇਹਨਾਂ ਨੇ ਸਿਰਫ ਉਦੋਂ ਬੋਲਣਾ ਹੁੰਦਾ ਹੈ ਜਦੋਂ ਕੋਈ ਸਿੱਖ ਐਕਸ਼ਨ ਕਰ ਲੈਂਦੇ ਆ। ਹੁਣ ਜਦੋਂ ਕੋਟਕਪੂਰੇ ਦੇ ਵਿੱਚ ਇਹ ਕੰਮ ਹੋ ਗਿਆ, ਅਸੀਂ ਫਿਰ ਕਹਿੰਦੇ ਆ, ਅਸੀਂ ਜਸਟੀਫਾਈ ਨਹੀਂ ਕਰਦੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਾਨੂੰਨ ਹੀ ਇੰਨੇ ਵਧੀਆ ਹੋਣੇ ਚਾਹੀਦੇ ਆ ਕਿ ਲੋਕ ਆਪਣੇ ਹੱਥਾਂ ਦੇ ਵਿੱਚ ਲੈਣ ਹੀ ਨਾ, ਕਾਨੂੰਨ ਆਪਣੇ ਆਪ ਹੀ ਸਾਰੇ ਨਿਪਟਾਰੇ ਕਰ ਦੇਵੇ। ਪਰ ਜਦੋਂ ਹੁਣ ਅੱਜ ਇਹ ਘਟਨਾ ਹੋ ਗਈ ਹੈ ਤੇ ਹੁਣ ਕਾਮਰੇਡ ਲਾਣਾ, ਕਾਮਰੇਡਾਂ ਦੇ ਵਿਦਵਾਨ ਚੀਕਾਂ ਮਾਰਨਗੇ ਕਿ ਪੰਜਾਬ 'ਚ ਤਾਂ ਹੁਣ ਗੁੰਡਾ ਰਾਜ ਹੋ ਗਿਆ, ਪੰਜਾਬ 'ਚ ਤਾਂ 84 ਵਾਲਾ ਮਾਹੌਲ ਹੈ, ਕਤਲ ਹੋ ਰਹੇ ਨੇ, ਇਦਾਂ ਹੋ ਰਿਹਾ, ਉਦਾਂ ਹੋ ਰਿਹਾ। ਜਦੋਂ ਕੰਮ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਹੁੰਦੇ ਉਦੋਂ ਇਹਨਾਂ 'ਚੋਂ ਕੋਈ ਨਹੀਂ ਬੋਲਦਾ। ਸੋ ਇਹਨੂੰ ਕਹਿੰਦੇ ਦੋਹਰਾ ਮਾਪਦੰਡ, ਇਹਨੂੰ ਕਹਿੰਦੇ ਆ ਡਬਲ ਫੇਸ ਪੀਪਲ। ਇਹ ਹੁੰਦੇ ਨੇ ਉਹ ਲੋਕ ਜਿਹੜੇ ਡਬਲ ਫੇਸ ਹੈ ਜਿਨ੍ਹਾਂ ਦੇ। ਸੋ ਆ ਜਿਹੜੇ ਕਾਮਰੇਡ ਨੇ ਇਹਨਾਂ ਦੀ ਅਕਸਰ ਹੀ ਦੇਖਿਆ ਆਪਾਂ, ਖਾਸ ਤੌਰ ਤੇ ਪੰਜਾਬ ਦੇ ਕਾਮਰੇਡ, ਇਹ ਕਦੇ ਵੀ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਭੁਗਤੇ। ਇਹ ਪੰਜਾਬ ਨੂੰ ਪਿਛਲੇ ਦਿਨੀ ਮੈਂ ਇੱਕ ਮਾਲੀ ਹੈ ਉਹਨੂੰ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਹੁਣ ਤਾਂ ਸਿੱਖ ਦਾ ਮਤਲਬ ਹੀ ਸੋਧਾ ਹੋ ਗਿਆ। ਮਤਲਬ ਜਿੱਥੇ ਗੱਲ ਸਿੱਖ ਦੀ ਹੁੰਦੀ ਹੈ ਉੱਥੇ ਸੋਧਾ ਸ਼ਬਦ ਅੱਗੇ ਆ ਜਾਂਦਾ, ਦਿਮਾਗ 'ਚ ਘੁੰਮਣ ਲੱਗ ਪੈਂਦਾ। ਸੋ ਮੈਂ ਸਵਾਲ ਕਰਦਾ ਇਹਨਾਂ ਲੋਕਾਂ ਨੂੰ ਕਿ ਇੱਕ ਪੰਜਾਬ ਦੇ ਵਿੱਚ ਕਿਹੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਸੋਚ ਆਉਂਦੀ ਹੈ ਕਿ ਜਦੋਂ ਸਿੱਖ ਕਿਹਾ ਜਾਂਦਾ ਜਾਂ ਸਿੱਖ ਤੁਹਾਡੇ ਅੱਗੇ ਆਉਂਦਾ ਤਾਂ ਤੁਹਾਡੇ ਦਿਮਾਗ 'ਚ ਸੋਧਾ ਘੁੰਮਣ ਲੱਗ ਪੈਂਦਾ। ਦੁਨੀਆ ਭਰ ਦੇ ਵਿੱਚ ਅੱਜ ਸਿੱਖ ਜਿਹੜੀ ਹੈ ਅਮਨ ਪਸੰਦ ਕੌਮ ਮੰਨੀ ਜਾਂਦੀ ਹੈ, ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੱਕ ਸਿੱਖ ਕੌਮ ਨੂੰ ਸਲੂਟ ਮਾਰਦੇ ਆ। ਪਰ ਇਹ ਅਨਪੜ੍ਹ ਜ਼ਾਹਲ ਕਿਸਮ ਦੇ ਲੋਕ, ਮਾਲੀ ਵਰਗੇ ਜਿਹੜੇ ਨੇ, ਉਹ ਇਹ ਕਹਿੰਦੇ ਆ ਕਿ ਸਿੱਖ ਸੁਣਦਿਆਂ ਹੀ ਸਾਡੇ ਮਨ ਦੇ ਵਿੱਚ ਸੋਧਾ ਆਉਣ ਲੱਗ ਪੈਂਦਾ। ਸੋ ਇਹ ਉਹ ਲੋਕ ਨੇ ਜਿਹੜੇ ਸਿੱਖਾਂ ਦੀ ਜਿਹੜੀ ਰੈਪੂਟੇਸ਼ਨ ਬਣੀ ਹੋਈ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ
कि दुनिया दे विच सिख अमन पसंद कौम के तौर पर क्यों विचर रहे हैं, क्यों कानूनी तौर दे विच रह के अपनियां हक्कां दी गल जिहड़ी करते हैं। सो इन्हां लोकां नूं हुंदा कि इन्हां दे नाम दे नाल गन्ना ਜਾਂ फिर मारो मार यही जुड़ी रवे तो फिर असी इन्हों गालां कढ़ते रहीए। सो माली शायद इन्ना अनपढ़ जाहल है जिहड़ा अपने घरों कदे बाहर नहीं निकलिया तो उन्होंने लगता है कि सिख जिहड़ा शब्द जो वरत्या जाता तो फिर सोधा अगे आ जाता। हुण जदों आपां गल करदे बेअदबियां दे दोषियां दी, 300 तो वध वार बेअदबियां जिहड़ियां गुरु ग्रंथ साहिब दे सरूपां दियां होईयां ते सिखां ने गुस्से दे विच आके ते कत्ल जां फिर इन्हां लोकां नूं किन्नियां सजावां दित्तियां। किन्ने क लोक ने, एक रामपाल बिट्टू, एक औरत सी ते अज एक कतल होया, 3 कतल होए ने। सो इनू विक्टम जिहड़ी कौम है, जिहड़ी विक्टम हैगी है बेअदबियां दी, सो इनू लगदा है कि ये गुंडा कौम है, ये माली वर्गियां नूं। सो इन्हां ने सिर्फ ते सिर्फ पग्गां बन्नियां होईयां। पग्गां बन्नण दा भी इन्हां दा खास मकसद है कि ये वाल केस कटा नहीं सकते हुण अपने, चाहे कामरेड ने, ये बिरती दे कामरेड ने, पर केस कटा नहीं सकते क्योंकि बुढ़े बारे इन्हां दी शक्ल जिहड़ी है वो बांदर वर्गी लगनी है जदों ये केस कटा देणगे। मैं किसी धर्म नूं टारगेट नहीं करता, सिर्फ इन्हां कामरेडां नूं टारगेट करदा कि ये सिर्फ पग्गां इस करके फसा के बैठे होए, अदरवाइज ये कदी भी पग्गां बन के ते दाड़े ना रखण। इन्हां नूं पता कि साडी बूथी हुण वाल कटावांगे ते चंगी भी नहीं लगनी। सो ये भी कारण है। दूसरा कारण है कि ये लोगों नूं आम जिहड़े पेंडू लोग ने, विचारे भोले भाले लोग ने, उन्हां नूं भुलेखा पाउण करके सिरां ते पग्गां बन्नदे ने। हुण मैनूं दसो कि माली वर्गे किन्ने कु वड्डे सिख ने, ਜਾਂ फिर ये जिहड़े उगराहां वर्गे किड्डे कु वड्डे सिख आ। हमेशा सिख कौम के खिलाफ भुगतण वाले कहंदे असीं जकारा नहीं लाउंदे। मतलब कि इन्हां नूं इन्नी ज़्यादा जिहड़ी है प्रॉब्लम है सिखां तो, सिख धर्म के लोगों तो, कि ये हर वेले नफरत पैदा कर सकते हैं ਜਾਂ फिर कर रहे हैं। जे किते इन्हां नूं मौका मिले ना 84 नवंबर 84 का कि तुसीं इहदे विच अपना की योगदान पाने चाहो तो ये अगे होणगे। ये लोग जिहड़े ने, ये कामरेड लाना जिहड़ा हैगा, सो इन्नी जहर इन्हां दे मनां दे विच भरी हुई है। सो सरकारां जिहड़ियां ने बहुत वड्डे उन्हां कोल थिंक टैंक हुंदे आ, बड़े वड्डे वड्डे लैवल के लोग उन्हां दे अफसर हुंदे ने जिहड़ा सारा कुछ देखदे हुंदे आ, सारा वाच रहे होंगे। फिर वो मुख मंत्री नूं दसदे। इस तरह भारत सरकार दूसरे देशों की भी गल कर लीए, इन्हां कोल बहुत वड्डे वड्डे अफसर होंगे आ। सो ये सारा जदों देख रहे हो तुसीं कि बेअदबियां होई जा रही, सिख जिहड़े आ धरने लाई जा रहे, रोस वधदा जा रहा। सो एक ना एक दिन तां ग्यारे वांगू फुटना ही हुंदा इहने। ਉਹਦੇ ਤੋਂ ਪਹਿਲਾਂ क्यों चंगा ना होवे कि जेकर कानून अपने मुताबिक इन्हां लोकां नूं फड़ के ते सजावां दिंदा। हुण इन्हां लोकां नूं बाहरले देशां दे विच हुंदियां सिखां दीयां एक्टिविटीआं ते बहुत जल्द नज़र आ जांदियां, पर अपनी थां दे उत्ते, अपनी धरती दे उत्ते जिहड़ियां बेअदबियां हो रहीआं ਉਹਦੇ दोषी इन्हां कोलों नहीं फड़े जांदे। सो इत्थों फिर पता लगदा भी भाई सारी कुत्तियां जिहड़ियां ने वो चोरां दे नाल रलियां होईआं। सो ये चाहुंदे ने कि इत्थे इसे तरह तरथली बचाई जा सके, उस तो बाद माहौल खराब किया जा सके तो फिर असी लोकां नूं कुट्टीए, मारीए, इन्हां नूं अंदर सुट्टीए, इन्हां नूं उम्र कैदां तक जिहड़ियां वो कीतियां जा सकन। सो अज भगवंत मान होरी कहंदे कि उन्होंने हाई क्लास जिहड़े लीडर ने, माफ करना जिहड़े अफसर ने, उन्हां दी मीटिंग सदी है। सो चंगा हुंदा जेकर ये मीटिंग गुरु ग्रंथ साहिब दीयां बेअदबियां वास्ते प्रकाश सिंह बादल ने सदी हुंदी, कैप्टन ने सदी हुंदी ते भगवंत मान ने आउंदे सदी हुंदी। अज जदों हुण बंदे मरने शुरू होए आ ते इन्हां नूं लग्गिआ कि हुण साडे हत्थों कमांड जिहड़ी वो निकल सकदी है। सो ये अज एक होर भी गल है कि अज डेरा प्रेमी मरिआ, अज डेरा प्रेमी का कतल होया ते हाई अफसरां दी, हाई क्लास अफसरां दी मीटिंग जिहड़ी आ वो सदी गई है। उस तो पहला दीप सिद्धू, फिर संदीप नंगल अंबिया ते उस तो बाद सिद्धू मूसेवाला, इन्हां बारी कदी भी एडियां हाई क्लास अफसरां दे नाल मीटिंगां नहीं कीतियां गईयां। फिर इन्हां नूं ज़्यादा जिहड़ा दुख भी नहीं होया। अज कुलतार सिंह संधवा ने भी जिहड़ा एक लाइव जिहा करके ते कहा कि मैनूं बहुत दुख होया। मतलब कहण दा कि जदों सरसे वाला प्रेमी का, कोई साध का, कोई चेला जिहड़ा मरदा है, फिर ये सरकारां भी जिहड़ियां उठ खड़ोंदियां ने, तो जदों कोई आम जां कोई होर जिहड़ा है पंजाब हितैषी जिहड़ा है मरदा है, तो उदों ये चुप रहिंदे ने, उदों कोई बयान भी नहीं दिंदे। सो जो हो रहा इहदे लई सरकार जिम्मेवार है। जो हो रहा इहदे लई सिर्फ भगवंत मान सरकार नहीं, भगवंत मान तो पहला कैप्टन चन्नी, उस तो पहला प्रकाश सिंह बादल, ये सरकारां जिम्मेवार ने, चाहे भारत की सरकार होवे, चाहे पंजाब दीयां सरकारां होण। जो हो रहा है इहदे लई सरकारां जिम्मेवार है। हुण जेकर तुसीं कहो कि सिख कौम के जिहड़े नौजवान ने वो दोषी ने, वो इस तरह कर रहे, वो इस तरह कर रहे, तुहानूं मौका ही नहीं देना चाहिए, क्योंकि सरकारां
ਚੁਣੀਆਂ ਇਸੇ ਕਰਕੇ ਜਾਂਦੀਆਂ ਕਿ ਲਾਅ ਐਂਡ ਆਰਡਰ ਬਣਾ ਕੇ ਰੱਖੋ, ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ, ਕਿਸੇ ਇੰਡੀਵਿਜੂਅਲ ਦੀ ਬੇਅਦਬੀ ਨਾ ਹੋਵੇ, ਬੇਇੱਜ਼ਤੀ ਨਾ ਹੋਵੇ, ਕਿਸੇ ਨੂੰ ਕੁੱਟਿਆ ਮਾਰਿਆ ਨਾ ਜਾਵੇ, ਹਰ ਕੋਈ ਆਪਣੀ ਜ਼ਿੰਦਗੀ ਜਿਹੜੀ ਹੈ ਜਿਉਵੇ, ਨਾ ਕਿ ਧਮਕੀਆਂ ਡਰ ਦੇ ਥੱਲੇ ਰਹਿ ਕੇ ਜਿਹੜਾ ਆਪਣਾ ਸਮਾਂ ਬਤੀਤ ਕਰੇ। ਸੋ ਹੁਣ ਜਦੋਂ ਬੇਅਦਬੀ ਤੇ ਬੇਅਦਬੀ ਬਾਰ-ਬਾਰ ਬੇਅਦਬੀ ਜਿਹੜੀ ਆ ਹੁੰਦੀ ਜਾ ਰਹੀ ਹੈ ਤਾਂ ਫਿਰ ਹੁਣ ਸ਼ਾਇਦ ਸਿੱਖ ਜਿਹੜੇ ਨੇ ਉਹ ਸੋਚਣ ਲਈ ਮਜਬੂਰ ਹੋ ਗਏ ਆ ਕਿ ਭਾਈ ਅਸੀਂ ਆਪ ਹੀ ਹੁਣ ਕੁਝ ਕਰੀਏ। ਫਿਰ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਕੋਈ ਵੀ ਨੌਜਵਾਨ ਜਿਹੜਾ ਆਪਣੇ ਹੱਥ ਦੇ ਵਿੱਚ ਜਿਹੜਾ ਹੈ ਉਹ ਕੋਈ ਵੀ ਗੁਨਾਹ ਜਿਹੜਾ ਹੈ ਉਹ ਕਰੇ, ਪਰ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਤੇ ਫਿਰ ਇਸ ਤਰ੍ਹਾਂ ਦੇ ਕਾਰਨਾਮੇ ਜਿਹੜੇ ਨੇ ਉਹ ਹੋਣੇ ਸੁਭਾਵਿਕ ਹੋ ਜਾਂਦੇ ਆ। ਸੋ ਸਰਕਾਰਾਂ ਨੂੰ ਹੀ ਬੇਨਤੀ ਕਰਦੇ ਆ, ਕਿਉਂਕਿ ਨੌਜਵਾਨਾਂ ਦਾ ਕਸੂਰ ਨਹੀਂ ਹੈ। ਨੌਜਵਾਨ ਜਿਹੜੇ ਨੇ ਉਹ ਆਪਣੇ ਗੁਰੂ ਦੀ ਬੇਅਦਬੀ ਕਦੇ ਵੀ ਨਹੀਂ ਸਹਾਰਦੇ ਹੁੰਦੇ। ਅਸੀਂ ਤਾਂ ਪੰਜਾਬੀ ਦਾ ਇਸ ਲਈ ਵੀ ਮੰਨੇ ਜਾਂਦੇ ਆ ਕਿ ਜੇਕਰ ਸਾਡੇ ਵੱਲ ਕੋਈ ਅੱਖ ਚੱਕ ਕੇ ਘੂਰ ਕੇ ਵੀ ਦੇਖਦਾ ਅਸੀਂ ਉਹਨੂੰ ਵੀ ਕਈ ਵਾਰ ਧੋਣੋਂ ਫੜ ਲੈਂਦੇ ਆ। ਇਹ ਤਾਂ ਸਾਡੇ ਗੁਰੂ ਦੀ ਬੇਅਦਬੀ ਦੀ ਗੱਲ ਹੈ। ਸੋ ਸਰਕਾਰਾਂ ਇਹਨਾਂ ਨਹੀਂ ਸਮਝਦੀਆਂ, ਸਾਰਾ ਕੁਝ ਸਮਝਦੀਆਂ, ਇਹਨਾਂ ਨੂੰ ਸਾਰਾ ਪਤਾ ਹੁੰਦਾ ਕੀ ਹੋ ਰਿਹਾ, ਕੌਣ ਕਰ ਰਿਹਾ, ਕਿਵੇਂ, ਹਰ ਕੋਈ ਮੈਂਟਲ ਕਿੱਦਾਂ ਹੋ ਗਿਆ ਦੱਸੋ ਮੈਨੂੰ। ਹਰ ਬੰਦਾ ਜਿਹੜਾ ਬੇਅਦਬੀ ਕਰਨ ਵਾਲਾ ਮੈਂਟਲ ਕਿਵੇਂ ਹੋ ਗਿਆ, ਇਹ ਵੀ ਮੈਂਟਲ ਹੈ, ਉਹ ਵੀ ਮੈਂਟਲ ਹੈ, ਫਲਾਨਾ ਵੀ ਮੈਂਟਲ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਬਹੁਤ ਧਿਆਨ ਮੰਗਦੀਆਂ, ਬਹੁਤ ਧਿਆਨ ਸਾਡੇ। ਪਰ ਲੋਕ ਜਿਹੜੇ ਸਾਡੇ ਬਜ਼ੁਰਗ ਸਮਝਦੇ ਨਹੀਂ। ਇਹ ਜੀ ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ ਹੈ, ਦੀਪ ਸਿੱਧੂ ਏਜੰਸੀਆਂ ਦਾ ਬੰਦਾ ਹੈ, ਭਿੰਡਰਾਂਵਾਲਾ ਏਜੰਸੀਆਂ ਦਾ ਬੰਦਾ। ਇਹ ਲੋਕ ਐਡੇ ਜ਼ਾਹਲ ਨੇ ਨਾ ਜਿਹੜੇ ਕਹਿੰਦੇ ਏਜੰਸੀਆਂ ਕਰਦੇ ਰਹਿੰਦੇ ਆ। ਇਹ ਐਡੇ ਜ਼ਾਹਲ ਲੋਕ ਨੇ, 75 ਸਾਲ ਤੋਂ ਛਿੱਤਰ ਖਾਂਦੇ ਆ ਰਹੇ ਆ ਤੇ ਇਹਨਾਂ ਨੂੰ ਉਹ ਏਜੰਸੀਆਂ ਦੇ ਜਿਹੜੇ ਬੰਦੇ ਸੀ ਉਹ ਨਹੀਂ ਪਤਾ ਲੱਗਿਆ। ਇਹਨਾਂ ਨੂੰ ਇਹਨਾਂ ਦੇ ਹੱਕ ਦੀ ਕਰਨ ਵਾਲਾ ਬੰਦਾ ਏਜੰਸੀਆਂ ਦਾ ਬੰਦਾ ਲੱਗਦਾ। ਸੋ ਇਹ ਜਿਹੜੇ ਖੁਦ ਤੁਸੀਂ ਏਜੰਸੀਆਂ ਦਾ ਹੱਥ ਕੰਡੇ ਬਣੇ ਹੋਏ ਹੋ ਜਦੋਂ ਇਹੋ ਜਿਹੇ ਬਿਆਨ ਦਿੰਦੇ ਹੋ ਕਿ ਆ ਵੀ ਏਜੰਸੀਆਂ ਦਾ, ਉਹ ਵੀ ਏਜੰਸੀਆਂ ਦਾ। ਉਹ ਤਾਂ ਚਾਹੁੰਦੇ ਨੇ ਕਿ ਤੁਹਾਡੇ ਜਿਹੜੇ ਲੀਡਰ ਨੇ ਜਿਹੜੇ ਤੁਹਾਡੇ ਵੱਲ ਦੀ ਗੱਲ ਕਰਦੇ ਉਹਨਾਂ ਦੇ ਉੱਤੇ ਟੈਗ ਲੱਗੇ ਕਿ ਇਹ ਏਜੰਸੀਆਂ ਦੇ ਬੰਦੇ ਆ ਤੇ ਕੌਮ ਉਹਨਾਂ ਦੇ ਕੋਲੋਂ ਦੂਰ ਹੋਵੇ। ਸੋ ਸਿਰੇ ਦੇ ਜਾਹਲ ਅਨਪੜ੍ਹ ਲੋਕ ਜਿਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਕੀ ਵਾਪਰ ਕੀ ਰਿਹਾ, ਪਿੰਡ ਤੋਂ ਬਾਹਰ ਕੀ ਵਾਪਰ ਰਿਹਾ, ਸ਼ਹਿਰ ਤੋਂ ਬਾਅਦ ਕੀ ਵਾਪਰ ਰਿਹਾ, ਉਹ ਦੱਸਣ ਆ ਜਾਂਦੇ ਆ ਕਿ ਇਹ ਏਜੰਸੀਆਂ ਦਾ ਬੰਦਾ ਹੈ। ਐਡੇ ਤੁਸੀਂ ਸਿਆਣੇ ਹੁੰਦੇ ਤੇ ਬਾਦਲਾਂ ਨੂੰ, ਕੈਪਟਨਾਂ ਨੂੰ 38-40 ਸਾਲਾਂ ਤੋਂ ਜਿਤਾਉਂਦੇ ਹੋਏ ਛਿੱਤਰ ਖਾਂਦੇ ਨਾ ਆਉਂਦੇ। ਲੱਡੂਆਂ ਪਿੱਛੇ, ਲੱਡੂਆਂ ਦੀਆਂ ਟਰੇਆਂ ਦੇ ਪਿੱਛੇ ਤੁਸੀਂ ਘੁਲਣ ਵਾਲੇ, ਪਕੌੜਿਆਂ ਦੇ ਪਿੱਛੇ ਘੁਲਣ ਵਾਲੇ ਤੁਸੀਂ ਹੈਗੇ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਕਿ ਫਲਾਨਾ ਏਜੰਸੀਆਂ ਦਾ, ਫਲਾਨਾ ਏਜੰਸੀਆਂ ਦਾ। ਇਹ ਸਮਝਦਾ ਲਓ ਏਜੰਸੀਆਂ ਦਾ ਬੰਦਾ ਹੁੰਦਾ ਕੀ ਹੈ। ਹਰ ਕੋਈ ਤੁਹਾਨੂੰ ਜਿਹੜਾ ਗੱਲ ਕਰਨ ਵਾਲਾ, ਜੋ ਕੋਈ ਪੰਥਕ ਗੱਲ ਕਰਨ ਵਾਲਾ, ਉਹ ਤੁਹਾਨੂੰ ਏਜੰਸੀਆਂ ਦਾ ਬੰਦਾ ਹੀ ਲੱਗਦਾ। ਤੇ ਜਿਹੜੇ ਏਜੰਸੀਆਂ ਦੇ ਨੇ ਉਹਨਾਂ ਦੀਆਂ ਤੁਸੀਂ ਸ਼ਾਬਿਸ਼ਾਂ ਲੈਂਦੇ ਹੋ, ਉਹਨਾਂ ਦੇ ਕੋਲੋਂ ਤੁਸੀਂ ਆਪਣੇ ਕੰਮ ਕਰਵਾਉਂਦੇ ਹੋ, ਉਹਨਾਂ ਦਾ ਪਿੱਠ ਤੇ ਹੱਥ ਜਿਹੜਾ ਤੁਹਾਡੇ ਉਹ ਬਹੁਤ ਤੈਨੂੰ ਕੰਮ ਦਾ ਲੱਗਦਾ। ਉਹਨਾਂ ਦੇ ਨਾਲ ਤੁਸੀਂ ਘਿਓ ਖਿਚੜੀ ਹੋ, ਉਹਨਾਂ ਨੂੰ ਵੋਟਾਂ ਤੁਸੀਂ ਪਾਉਂਦੇ ਹੋ ਏਜੰਸੀਆਂ ਦੇ ਬੰਦਿਆਂ ਨੂੰ। ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ, ਪਰ ਜਿਹੜਾ ਪੰਥਕ ਗੱਲ ਕਰਨ ਵਾਲਾ ਏਜੰਸੀਆਂ ਦਾ ਬੰਦਾ, ਇਹ ਜ਼ਰੂਰ ਪੰਥਕ ਜਿਹੜਾ ਏਜੰਸੀਆਂ ਦਾ ਬੰਦਾ ਹੋਊਗਾ। ਸੋ ਏਜੰਸੀਆਂ ਤਾਂ ਚਾਹੁੰਦੀਆਂ ਤੁਹਾਡੇ ਮੂੰਹ ਇਹੋ ਜਿਹੀਆਂ ਤੁਹਾਡੇ ਲੀਡਰਾਂ ਵਾਸਤੇ ਗੱਲਾਂ ਹੋਣ ਤੇ ਤੁਸੀਂ ਉਹਨਾਂ ਨੂੰ ਏਜੰਸੀਆਂ ਦਾ ਟੈਗ ਲਾਓ ਤੇ ਉਹਨਾਂ ਦੀ ਰੈਪੂਟੇਸ਼ਨ ਜਿਹੜੀ ਹੈ ਕੌਮ ਦੇ ਵਿੱਚ ਬਣੀ ਜਿਹੜੀ ਹੈ ਉਹ ਖਰਾਬ ਹੋ ਜਾਏ। ਮਾਨ ਨੂੰ ਸ਼ੁਰੂ ਤੋਂ ਏਜੰਸੀਆਂ ਦਾ ਬੰਦਾ ਅੱਜ ਤੱਕ ਇੱਕ ਬੰਦਾ ਵੀ ਸਾਬਤ ਨਹੀਂ ਕਰ ਸਕਿਆ ਕਿ ਕਿਵੇਂ ਏਜੰਸੀਆਂ ਦਾ ਬੰਦਾ ਹੈ। ਦੀਪ ਸਿੱਧੂ ਆ, ਉਹਦੀਆਂ ਫੋਟੋਆਂ, ਏਜੰਸੀਆਂ ਦਾ ਬੰਦਾ ਹੈ। ਉਹਨੂੰ ਆਪਣੀ ਜਾਨ ਦੇ ਕੇ ਉਹ ਕੀਮਤ ਚੁਕਾਉਣੀ ਪਈ। ਪਰ ਇਹ ਲੋਕ ਜਿਹੜੇ ਨੇ ਢੀਠ ਕਿਸਮ ਦੇ ਲੋਕ ਜਿਹੜੇ ਨੇ, ਜਿਨ੍ਹਾਂ ਨੇ ਨਾ ਆਪਣਾ ਭਲਾ ਹੋਣ ਦਿੱਤਾ, ਨਾ ਆਪਣੇ ਬੱਚਿਆਂ ਦਾ ਭਲਾ ਹੋਣ ਦੇਣਾ। ਇਹ ਉਹ ਲੋਕ ਨੇ ਜਿਨ੍ਹਾਂ ਦੇ ਆਪਣੇ ਪੋਤੇ ਪੋਤਰੀਆਂ ਅੱਜ ਜਹਾਜ਼ੇ ਚੜ੍ਹ ਕੈਨੇਡਾ ਨੂੰ ਸੈੱਟ ਹੋ ਗਏ ਆ, ਪਰ ਇਹਨਾਂ ਨੂੰ ਅਕਲ ਨਹੀਂ ਆਈ। ਇਹੀ ਕਹਿੰਦੇ ਰਹੇ ਕਿ ਏਜੰਸੀਆਂ ਦਾ। ਤੁਹਾਡੇ 'ਚ ਕੋਈ ਬਦਲਾਅ ਆਇਆ 38 ਸਾਲ ਤੋਂ ਲੈ ਕੇ? ਉਦੋਂ ਤੁਸੀਂ ਭਿੰਡਰਾਂਵਾਲੇ ਨੂੰ ਏਜੰਸੀਆਂ ਦਾ ਬੰਦਾ ਕਹਿੰਦੇ ਸੀ ਤੇ ਜਿਹੜਾ ਕੋਈ ਬਾਅਦ ਵਿੱਚ ਆਇਆ ਉਹਨੂੰ ਵੀ ਤੁਸੀਂ ਏਜੰਸੀਆਂ ਦਾ ਬੰਦਾ ਹੀ ਕਿਹਾ। ਤੇ ਜਿਹੜੇ ਉਸ ਵੇਲੇ ਏਜੰਸੀਆਂ ਦੇ ਬੰਦੇ ਸੀ, ਜਿਹੜੇ ਅਟੈਕ ਦੇ ਵਿੱਚ ਸਾਥ ਦੇਣ ਵਾਲੇ ਬੰਦੇ ਸੀ, ਉਹਨਾਂ ਨੂੰ ਤੁਸੀਂ ਹੁਣ ਤੱਕ ਸਿਰਾਂ ਤੇ ਚੱਕੀ ਆਉਣੇ ਪਏ ਹੋ। ਸੋ ਤੁਸੀਂ ਆਪਣੇ ਪੋਤੇ ਪੋਤਰੀਆਂ ਦੇ, ਆਪਣੇ ਪੁੱਤਰਾਂ ਦੇ ਜਿਹੜੇ ਨਸ਼ੇ ਨਾਲ ਮਰੇ ਤੁਹਾਡੇ ਪੁੱਤਰ ਨੇ, ਜਾਂ ਫਿਰ ਤੁਹਾਡੇ ਪੋਤੇ ਪੋਤਰੀਆਂ ਜਿਹੜੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਕੈਨੇਡਾ ਦੇ ਵਿੱਚ ਜਾ ਕੇ ਇੱਜ਼ਤਾਂ ਆਪਣੀਆਂ ਜਿਹੜੀਆਂ ਖਰਾਬ ਵੀ ਕਰ ਰਹੇ ਨੇ, ਕੁਛ ਇਸ ਤਰ੍ਹਾਂ ਦੇ ਵੀ ਕੇਸ ਆਏ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ। ਸੋ ਜਦੋਂ ਕੱਲੀਆਂ ਕੁੜੀਆਂ ਤੁਸੀਂ ਭੇਜ ਕੈਨੇਡਾ ਨੂੰ ਤੇ ਕਿ ਇੱਥੇ ਸੇਫ ਨਹੀਂ, ਇੱਥੇ ਫਿਊਚਰ ਨਹੀਂ, ਭੇਜੀ ਜਾਂਦੇ ਹੋ, ਇਹ ਤੁਹਾਡਾ ਸਾਰਾ ਕੀਤਾ ਕਰਾਇਆ। ਤੁਸੀਂ ਆਪਣਿਆਂ ਨੂੰ ਏਜੰਸੀਆਂ ਦੇ ਬੰਦੇ ਕਹਿ ਕੇ ਭੰਡਦੇ ਰਹੇ ਤੇ ਜਿਹੜੇ ਏਜੰਸੀਆਂ ਦੇ ਬੰਦੇ ਸੀ ਉਹਨਾਂ ਨੂੰ ਨਵਾਜਦੇ ਰਹੇ। ਤੁਸੀਂ ਉਹਨਾਂ ਨੂੰ ਕੋਈ ਵੋਟਾਂ ਹੁੰਦੀਆਂ, ਅਸੀਂ ਜੀ ਇਹਨੂੰ ਸੋਨੇ ਨਾਲ ਤੋਲਣਾ ਹੈ, ਸਿੱਕਿਆਂ ਦੇ ਨਾਲ ਤੋਲਣਾ ਹੈ। ਜਿਹੜੇ ਉਹ ਲੋਕ ਹੁੰਦੇ ਨੇ ਜਿਹੜੇ ਵਾਕਿਆ ਨੇ, ਜਿਨ੍ਹਾਂ ਨੇ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਕੀਤਾ, ਸੋ ਉਹਨਾਂ ਨੂੰ ਤੁਸੀਂ ਲੱਡੂਆਂ ਦੇ ਨਾਲ, ਸੋਨੇ ਦੇ ਨਾਲ, ਨੋਟਾਂ ਦੇ ਨਾਲ ਤੋਲਦੇ ਰਹੇ। ਤੇ ਜਿਹੜੇ ਪੰਥਕ ਸੀ, ਜਿਹੜੇ ਤੁਹਾਡੇ ਹੱਕਾਂ ਦੀ ਗੱਲ ਕਰਨ ਆਏ, ਏਜੰਸੀਆਂ ਦੇ ਟੈਗ ਲਾ ਕੇ ਤੁਸੀਂ ਉਹ ਮਰਵਾ ਦਿੱਤੇ ਸਾਰੇ। ਸੋ ਇਹ ਸਾਡਾ ਅਸਲ ਰੂਪ ਹੈ। ਝਾਤੀ ਮਾਰੀਏ, ਅਸੀਂ ਐਡੀ ਪੜ੍ਹੀ ਲਿਖੀ ਕੌਮ ਨਹੀਂ ਆ ਜੋ ਅੱਜ ਦੇ ਹਾਲਾਤ ਨੇ। ਮੈਂ ਇਹ ਨਹੀਂ ਕਹਿੰਦਾ ਸਾਰਿਆਂ ਦੀ ਗੱਲ ਕਰਦਾ, ਬਹੁਤ ਦੁਨੀਆ ਪੜ੍ਹੀ ਲਿਖੀ ਹੈ, ਉਹ ਚੁੱਪ ਕਰ ਜਾਂਦੇ ਨੇ। ਵਿਦਵਾਨ ਜਿਹੜੇ ਸਿੱਖਾਂ ਦੇ ਵਿਦਵਾਨ ਨੇ ਨਾ ਪੜ੍ਹੇ ਲਿਖੇ, ਉਹ ਚੁੱਪ ਕਰ ਜਾਂਦੇ, ਕਹਿੰਦੇ ਇਹ ਜਾਹਲਾਂ ਦੇ ਨਾਲ ਮੱਥਾ ਕੌਣ ਮਾਰੇ।
ਕੋਈ ਪੜ੍ਹੀ ਲਿਖੀ ਗੱਲ ਕਰ ਦੇਵੇ ਜਿਹੜੇ ਤੁਹਾਡੇ ਖਾਨੇ 'ਚ ਨਾ ਪਵੇ, ਤੁਹਾਡੇ ਉੱਪਰੋਂ ਲੰਘਦੀ ਹੋਈ ਗੱਲ ਕੋਈ ਕਰ ਦੇਵੇ ਤਾਂ ਤੁਸੀਂ ਕਹਿੰਦੇ ਏਜੰਸੀਆਂ ਦਾ ਬੰਦਾ ਹੈ। ਹੁਣ ਦੀਪ ਸਿੱਧੂ ਸੀ, ਉਹਦੇ ਕੋਲ ਉਹਦੀ ਵੋਕੈਬਲਰੀ ਇਦਾਂ ਦੀ ਸੀ, ਉਹਦੇ ਕੋਲ ਸ਼ਬਦ ਇਦਾਂ ਦੇ ਸੀਗੇ ਜਿਹੜੇ ਤੁਸੀਂ ਕਦੇ ਸੁਣੇ ਹੀ ਨਹੀਂ ਸੀ, ਤੇ ਤੁਹਾਡੇ ਕੰਨਾਂ ਦੇ ਵਿੱਚੋਂ ਜਾਂ ਪਤਾ ਨਹੀਂ ਅੱਗਿਓਂ ਪਿੱਛੋਂ ਕਿੱਥੋਂ ਤੁਹਾਡੇ ਧੂਆਂ ਨਿਕਲ ਗਿਆ ਉਹਦੀਆਂ ਗੱਲਾਂ ਸੁਣ ਕੇ, ਤੇ ਤੁਸੀਂ ਏਜੰਸੀਆਂ ਦਾ ਟੈਗ ਲਾਤਾ, ਨਾ ਕਿ ਉਹਨੂੰ ਸਮਝਿਆ। ਪਰ ਨੌਜਵਾਨ ਤਾਂ ਸਮਝਦਾ ਸੀ, ਨੌਜਵਾਨ ਤਾਂ ਇੰਨਾ ਕੁ ਹੈਗਾ ਕਿ ਉਹ ਸਮਝ ਰਿਹਾ ਹੈ ਗੱਲ ਨੂੰ ਕੀ ਹੋ ਰਿਹਾ। ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਉਗਰਾਹਾਂ, ਰਾਜੇਵਾਲ, ਦੂਜੇ ਤੀਜੇ, ਮੈਂ ਇੱਕ ਨਹੀਂ ਕਹਿੰਦਾ, ਡਾਕਟਰ ਸਵੇਮਾਨ ਹੋ ਗਿਆ, ਹੋਰ ਪ੍ਰੋਫੈਸਰ ਧੁੰਦਾ, ਇਹ ਸਾਰਿਆਂ ਦੇ ਪਿੱਛੇ ਲੱਗ ਕੇ ਤੁਸੀਂ ਪੰਥਕਾਂ ਨੂੰ ਜਿਹੜਾ ਹੈ ਉਹ ਟੈਗ ਲਾਉਂਦੇ ਰਹੇ ਕਿ ਭਾਈ ਏਜੰਸੀਆਂ ਦੇ ਬੰਦੇ ਆ, ਏਜੰਸੀਆਂ ਦੇ ਬੰਦੇ ਉਹ ਮਰਵਾਤੇ ਤੁਸੀਂ ਸਾਰੇ ਹੌਲੀ ਹੌਲੀ। ਸੋ ਜਿਹੜੇ ਲੋਕ ਵਾਕਿਆ ਏਜੰਸੀਆਂ ਦੇ ਸੀਗੇ ਉਹ ਅੱਜ ਤੱਕ ਤੁਹਾਡੇ ਤੇ ਰਾਜ ਕਰਦੇ। ਕਿੱਡੀ ਬੇਸ਼ਰਮੀ ਵਾਲੀ ਗੱਲ ਹੈ। ਤੇ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰਦੇ ਹੋ ਕਿ ਅਸੀਂ ਤਾਂ ਜੀ ਐਂ ਕਰ ਦਿਆਂਗੇ, ਅਸੀਂ ਤਾਂ ਦੁਨੀਆ ਪਲਟਣ ਵਾਲੀ ਕੌਮ ਆ। ਸੋ ਤੁਸੀਂ ਆਪਣੇ ਬੰਦੇ ਪਲਟਣ ਵਾਲੇ ਕੌਮ ਹੋ। ਤੁਸੀਂ, ਮੈਂ ਸਾਰਿਆਂ ਨੂੰ ਫਿਰ ਮੈਂ ਕਹਿਣਾ, ਮੈਂ ਬੇਨਤੀ ਕਰ ਦਿੰਦਾ, ਕਈ ਵਾਰੀ ਨਾ ਬਹੁਤ ਵਿੱਚੋਂ ਗੱਲਾਂ ਲੱਭ ਕੇ ਕਹਿੰਦੇ ਲੈ ਵੀ ਇਹ ਤਾਂ ਸਿੱਖਾਂ ਦੇ ਐਂ ਬੋਲਦਾ ਉਹ ਬੋਲਦਾ। ਸੋ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿਹੜੇ ਜਾਹਲ, ਜਿਹੜੇ ਇੱਕ ਦੂਜੇ ਦੇ ਉੱਤੇ ਟੈਗ ਲਾਉਂਦੇ ਨੇ ਕਿ ਏਜੰਸੀਆਂ ਦਾ ਬੰਦਾ, ਇਹ ਏਜੰਸੀਆਂ ਦਾ ਬੰਦਾ, ਇਹ ਸਾਰੇ ਜਿਹੜੇ ਨੇ, ਇਹ ਸਾਰੇ ਮੈਂ ਕਹਿੰਦਾ ਹੱਥ ਠੋਕੇ ਨੇ ਉਹਨਾਂ ਏਜੰਸੀਆਂ ਦੇ। ਜਦੋਂ ਤੁਹਾਨੂੰ ਇਹ ਕਹਿੰਦੇ ਨੇ ਨਾ, ਜਾਂ ਕਿਸੇ ਵੀ ਲੀਡਰ, ਸਿੱਖ ਲੀਡਰ ਨੂੰ ਕਹਿੰਦੇ ਕਿ ਏਜੰਸੀਆਂ ਦਾ ਬੰਦਾ, ਇਹਦਾ ਮਤਲਬ ਉਹ ਬੰਦਾ ਕਹਿਣ ਵਾਲਾ ਜਿਹੜਾ ਉਹ ਏਜੰਸੀਆਂ ਦੇ ਹੱਕ 'ਚ ਭੁਗਤ ਰਿਹਾ। ਇਹ ਗੱਲ ਯਾਦ ਰੱਖਿਓ। ਸੋ ਮੈਨੂੰ ਲੱਗਦਾ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਗੱਲਾਂ ਬਾਤਾਂ ਹੋ ਗਈਆਂ। ਸੋ ਸਰਕਾਰਾਂ, ਕਾਨੂੰਨ ਇਸ ਲਈ ਬਣਾਏ ਜਾਂਦੇ ਨੇ ਕਿ ਲੋਕਾਂ ਦੇ ਜਾਨ ਮਾਲ, ਧਰਮ ਦੀ ਰਾਖੀ ਹੋਵੇ, ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੋਵੇ, ਹਰ ਇੱਕ ਗੱਲ, ਕਿਸੇ ਦੇ ਗ੍ਰੰਥ ਦੀ ਬੇਅਦਬੀ ਨਾ ਹੋਵੇ, ਉਹ ਸਾਰੀਆਂ ਗੱਲਾਂ ਬਾਤਾਂ। ਪਰ ਜਦੋਂ ਸਰਕਾਰਾਂ ਗੁਜਰਾਤ ਦੇ ਵਿੱਚ ਘੁੰਮਦੀਆਂ, ਉੱਥੇ ਗਰਬਾ ਕਰਦੀਆਂ ਫਿਰਨ, ਹਿਮਾਚਲ ਦੇ ਵਿੱਚ ਜਾ ਕੇ ਆਪਣੇ ਹੈਲੀਕਾਪਟਰ ਪੰਜਾਬ ਸਰਕਾਰ ਦੇ ਘੁੰਮਦੇ ਫਿਰਦੇ ਹੋਣ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲੱਗਦੇ ਹੋਣ ਕਿ ਹਮਨੇ ਇਹ ਕਰ ਦਿਆ, ਉਹ ਕਰ ਦਿਆ, ਪੰਜਾਬ ਸਰਕਾਰ ਦਾਅਵੇ ਤਾਂ ਬਾਹਰਲੇ ਦੇਸ਼ਾਂ ਦੇ, ਬਾਹਰਲੀਆਂ ਸਟੇਟਾਂ 'ਚ ਜਾ ਕੇ ਕਰ ਰਹੀ ਹੈ ਕਿ ਅਸੀਂ ਆਹ ਕਰਤਾ ਉਹ ਕਰਤਾ, ਜਦਕਿ ਪੰਜਾਬ 'ਚ ਕੱਖ ਨਹੀਂ ਹੋਇਆ। ਕੋਈ ਵੀ ਜਿਹੜਾ ਕੰਮ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਇੱਕ ਅੱਧਾ ਕੰਮ ਨੂੰ ਛੱਡ ਕੇ ਮੈਂ ਕਹਿੰਦਾ ਕੋਈ ਕੰਮ ਨਹੀਂ ਹੁਣ ਤੱਕ ਹੋਇਆ ਹੋਣਾ। ਸੋ ਇਹ ਦਾਅਵੇ ਕਰਦੇ ਫਿਰਦੇ ਨੇ, ਤੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਖਰਾਬ ਹੈ, ਉਹ ਖਰਾਬ ਹੋ ਗਈ ਹੈ। ਬੇਅਦਬੀਆਂ ਵਾਲੇ ਦਿਨੋਂ ਦਿਨ ਬੇਅਦਬੀਆਂ ਕਰ ਰਹੇ ਨੇ। ਕਦੀ ਕਿਸੇ ਭਈਏ ਦਾ ਮੁੰਡਾ ਆ ਕੇ ਕਰ ਦਿੰਦਾ, ਕਦੀ ਕੋਈ ਬਜ਼ੁਰਗ ਕਰ ਦਿੰਦਾ, ਕਦੀ ਕੋਈ ਔਰਤ ਕਰ ਦਿੰਦੀ ਹੈ, ਕੋਈ ਇਨਸਾ ਕਰ ਦਿੰਦਾ, ਕੋਈ ਕਿੰਸਾ ਕਰ ਦਿੰਦਾ। ਪਰ ਇਹਨਾਂ ਨੂੰ ਨਹੀਂ ਪਤਾ, ਇਹ ਕਹਿੰਦੇ ਜੀ ਇਹ ਮੈਂਟਲ ਨੇ, ਇਹ ਮੈਂਟਲ ਨੇ, ਇਹ ਆਪਣੇ ਵੱਲੋਂ ਗਵਾਹੀਆਂ ਭਰੀ ਜਾਂਦੇ ਆ। ਹਾਲਾਂਕਿ ਉਹਦਾ ਕੋਈ ਇਲਾਜ ਨਹੀਂ ਕਰਵਾਉਂਦੇ, ਮਤਲਬ ਉਹਦਾ ਟੈਸਟ ਨਹੀਂ ਕਰਵਾਏ ਜਾਂਦੇ, ਆਪਣੇ ਕੋਲੇ ਟੈਗ ਲਾ ਦਿੰਦੇ ਆ, ਭਾਈ ਇਹ ਤਾਂ ਮੈਂਟਲ ਸੀ, ਇਹਨੇ ਤਾਂ ਬੇਅਦਬੀ ਕਰ ਦਿੱਤੀ ਹੈ। ਉਹ ਮੈਂਟਲ ਕਦੀ ਵੀ ਮੰਦਿਰ ਦੇ ਵਿੱਚ ਨਹੀਂ ਗਿਆ ਹੋਣਾ, ਉਹ ਮੈਂਟਲ ਕਦੇ ਵੀ ਚਰਚਾਂ ਦੇ ਵਿੱਚ ਜਾ ਕੇ ਬੇਅਦਬੀਆਂ ਨਹੀਂ ਕਰਦਾ ਹੋਣਾ, ਉਹ ਮੈਂਟਲ ਕਦੇ ਵੀ ਮੁਸਲਿਮ ਭਾਈਚਾਰੇ ਦੀ ਦਰਗਾਹ ਦੇ ਵਿੱਚ ਜਾ ਕੇ ਬੇਅਦਬੀ ਨਹੀਂ ਕਰਦਾ ਹੋਣਾ। ਹੋਈ ਹੈ ਕੋਈ ਬੇਅਦਬੀ ਹੁਣ ਤੱਕ ਪੰਜਾਬ 'ਚ? ਸਿਰਫ ਇੱਕ ਘਟਨਾ ਵਾਪਰੀ ਸੀ, ਉਹ ਸ਼ੁਰੂ ਦੇ ਵਿੱਚ, ਉਹਦੇ ਪਿੱਛੇ ਵੀ ਚਾਲ ਸੀ ਕਿ ਸਿੱਖ ਇਹ ਨਾ ਸਮਝਣ, ਸਿੱਖ ਇਹ ਗੱਲ ਦਾ ਦਾਅਵਾ ਨਾ ਕਰਨ ਕਿ ਸਿਰਫ ਸਾਡੇ ਨਾਲ ਹੁੰਦੀ ਹੈ। ਸੋ ਇੱਕ ਜਾ ਕੇ ਇੱਕ ਵਾਰੀ ਕੁਰਾਨ ਸ਼ਰੀਫ ਦੀ ਬੇਅਦਬੀ, ਇੱਕ ਵਾਰੀ ਮੰਦਿਰ ਦੇ ਵਿੱਚ ਤੇ ਚਰਚ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੋਈ ਬਿਲਕੁਲ ਵੀ। ਸੋ ਟੋਟਲ ਜਿਹੜੀਆਂ ਬੇਅਦਬੀਆਂ ਹੈ ਉਹ 300 ਤੋਂ ਉੱਤੇ ਵਾਰ ਬੇਅਦਬੀਆਂ ਸਿੱਖ ਧਰਮ ਦੇ ਜਿਹੜੇ ਸਾਡਾ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜੀ ਉਹਦੀਆਂ ਹੋਈਆਂ। ਸੋ ਫਿਰ ਮੈਂਟਲ ਕਹਿ ਕੇ ਉਹ ਬੰਦੇ ਸਾਰੇ ਛੱਡੇ ਗਏ। ਮੈਂ ਇੱਕ ਦਾਅਵਾ ਕਰਦਾ ਜਿਹੜੇ ਇਹ ਮੈਂਟਲ ਨੇ ਇਹ ਨਿਹੰਗਾਂ ਦੇ ਡੇਰੇ ਵੱਲ ਨੂੰ ਨਹੀਂ ਜਾਂਦੇ, ਜਿੱਥੇ ਨਿਹੰਗ ਛੋਣੀ ਲਾ ਕੇ ਬੈਠੇ ਹੁੰਦੇ ਨਾ ਉੱਥੇ ਨਹੀਂ ਜਾਂਦੇ ਇਹ। ਫਿਰ ਕਦੀ ਗੁੱਟ ਲੱਥ ਜਾਂਦੇ ਨੇ, ਫਿਰ ਕਦੀ ਕੋਈ ਹੋਰ ਜਿਹੜੀ ਘਟਨਾ ਵਾਪਰ ਜਾਂਦੀ ਹੈ, ਫਿਰ ਚੀਕਾਂ ਵੱਜਦੀਆਂ। ਸੋ ਸਿਰਫ ਇਹ ਜਾਂਦੇ ਨੇ ਉੱਥੇ ਜਿੱਥੇ ਆਲਾ ਦੁਆਲਾ ਕੋਈ ਨਾ ਹੋਵੇ, ਜਿੱਥੇ ਜਿਹੜੇ ਲੋਕ ਜਾਂ ਗ੍ਰੰਥੀ ਜਾਂ ਫਿਰ ਕਮੇਟੀਆਂ ਵਾਲੇ ਕੋਈ ਨਾ ਹੋਣ, ਚੁੱਪ ਚਪੀਤੇ ਜਾ ਕੇ ਬੇਅਦਬੀ ਕਰਦੇ ਆ। ਸੋ ਇਹਨੂੰ ਕਹਿੰਦੇ ਆ ਦਿਮਾਗੀ। ਇਹ ਬੰਦੇ ਦਿਮਾਗੀ ਹੁੰਦੇ ਨੇ, ਮੈਂਟਲ ਨਹੀਂ ਹੁੰਦੇ, ਜਿਹੜੇ ਵੇਖਦੇ ਆ ਵੀ ਉੱਥੇ ਕੋਈ ਨਹੀਂ ਹੈ, ਮੈਨੂੰ ਮੌਕਾ ਮਿਲ ਜਾਣਾ ਬੇਅਦਬੀ ਦਾ। ਸੋ ਉੱਥੇ ਜਾ ਕੇ ਬੇਅਦਬੀ ਕਰਦੇ ਆ। ਇਹ ਨਿਹੰਗ ਜਿੱਥੇ ਬੈਠੇ ਹੋਣ ਆਲੇ ਦੁਆਲੇ ਡੇਰਾ ਲਾ ਕੇ, ਹੱਥ 'ਚ ਖੁੰਡੇ ਫੜ ਕੇ, ਕਿਰਪਾਨਾਂ, ਨੇਜੇ ਫੜ ਕੇ, ਉੱਥੇ ਜਾ ਕੇ ਬੇਅਦਬੀ ਕਦੀ ਵੀ ਨਹੀਂ ਕਰਦੇ। ਸੋ ਇਹ ਮੈਂਟਲ ਨਹੀਂ ਹੁੰਦੇ, ਇਹ ਪ੍ਰਿਪੇਅਰ ਕਰਕੇ ਭੇਜੇ ਗਏ ਬੰਦੇ ਹੁੰਦੇ ਆ। ਸੋ ਇੱਕ ਦੋ ਝਟਕਾ ਵੀ ਦਿੱਤੇ, ਇੱਕ ਜਿਹੜਾ ਸੀ ਕਿਸਾਨੀ ਮੋਰਚੇ, ਦੂਜਾ ਦਰਬਾਰ ਸਾਹਿਬ। ਸੋ ਦਰਬਾਰ ਸਾਹਿਬ ਤੱਕ ਪਹੁੰਚ ਕਰ ਲਈ, ਕੇਸਗੜ੍ਹ ਸਾਹਿਬ ਤੱਕ, ਅਨੰਦਪੁਰ ਸਾਹਿਬ ਤੱਕ ਪਹੁੰਚ ਗਏ ਲੋਕ। ਸੋ ਤੁਸੀਂ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ। ਤੇ ਹੁਣ ਇਹ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਕਿਵੇਂ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਾਮ ਦੇ ਨਾਲ ਜਿਹੜੀ ਸਿੱਖ ਕੌਮ ਆਪਣੇ ਹੋਰ ਹੱਕਾਂ ਦੇ ਲਈ ਲੜ ਰਹੀ ਹੈ ਤੇ ਉਹਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਠ ਕੇ ਖੜਨ ਤੇ ਇਹ ਕੋਈ ਇਦਾਂ ਦੇ ਮਤਲਬ ਕਿ ਅਟੈਕ ਹੋਣ ਤੇ ਅਸੀਂ ਇਹਨਾਂ ਨੂੰ ਬਲੇਮ ਕਰਕੇ ਤੇ ਚੁੱਕ ਕੇ ਅੰਦਰ ਸੁੱਟੀਏ ਤੇ ਝੂਠੇ ਮੁਕਾਬਲੇ ਬਣਾਈਏ। ਸੋ ਹੋਰ ਕੋਈ ਵਜ੍ਹਾ ਨਹੀਂ ਹੈ। ਸੋ ਇਹ ਗੱਲਾਂ ਸਿਰਫ ਜਨਤਾ ਵਾਸਤੇ ਨਹੀਂ, ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਭਾਈ ਕਿ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਸਰਕਾਰ ਹੈ, ਤੁਸੀਂ ਐਂ ਰਾਜਨੀਤੀ ਬਦਲਣ ਆਏ ਹੋ, ਦੂਜਾ ਤੀਜਾ ਕਰਨ ਆਏ ਹੋ, ਜੇਕਰ ਤੁਹਾਨੂੰ ਇੰਸਟਰਕਸ਼ਨਸ ਨਹੀਂ ਮਿਲਦੀਆਂ ਉੱਤੋਂ ਤਾਂ ਫਿਰ ਤੁਸੀਂ ਕਰੋ ਇਹ।
ਜੇ ਤੁਹਾਨੂੰ ਮਿਲਦੀਆਂ ਇੰਸਟਰਕਸ਼ਨ ਤਾਂ ਫਿਰ ਤਾਂ ਤੁਸੀਂ ਵੀ ਉਹੀ ਕੁਝ ਕਰੋਗੇ। ਸੋ ਬੇਅਦਬੀਆਂ ਦਾ ਇਨਸਾਫ ਨਾ ਮਿਲਣਾ ਇਹ ਕਤਲਾਂ ਦੀ ਵੱਡੀ ਵਜ੍ਹਾ ਹੈ। ਬਹੁਤ ਧੰਨਵਾਦ, ਚੜ੍ਹਦੀ ਕਲਾ ਚ ਰਹੋ।